दोष न कहूँ जोग, परमेश्वर देह भुलिया। व्यापन सबे रोग, वे मुख होए राम ते। लगन जन्म विजोग, खिन में कौड़े होए गए। जितड़े माया भोग, विच ना कोई कर सकै। किस थैं रोवैं रोज, कीता किशु ना होवई। लिखिया धुर संजोग, वड भागी मेरा प्रभ मिलै। तां उतरै सब वियोग, नानक को प्रभ राख ले। मेरे साहिब बंदी मोच, कतक होवै साध संग। बिनसै सबे सोच, नानक को प्रभ राख लेह। मेरे साहिब बंदी मोच, कतक होवै साध संग। बिनसै सबे सोच। ਦੀਨ ਦੁਨੀ ਦੇ ਮਾਲਕ, ਹਲਤ ਪਲਤ ਸਵਾਰ ਦੇਣਹਾਰ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਮੁਕੱਦਸ ਚਰਨਾਂ ਦੇ ਅੰਦਰ ਸ਼ੁਭਾਇਮਾਨ ਗੁਰੂ ਪਿਆਰ ਵਾਲਿਓ, ਸਤਿਗੁਰਾਂ ਦੀ ਗੋਦ ਵਿੱਚ ਸੱਜ ਕੇ ਅਦਬ ਸਹਿਤ ਸਤਿਗੁਰਾਂ ਦੀ ਮੁਬਾਰਕ ਬਾਣੀ ਹਰੀ ਜਸ ਕੀਰਤਨ ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਕੇ ਸਵਾਰਿਆਂ ਪਾਸੋਂ ਸ਼ਰਵਣ ਕਰ ਰਹੇ ਸਾਂ। ਆਪ ਜੀਆਂ ਨੇ ਮੰਗਲ ਰੂਪ ਵਿੱਚ ਜੋ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਹੀਨੇ ਦਾ ਨਾਮ ਵਰਤ ਕੇ ਸਾਨੂੰ ਸੁੰਦਰ ਉਪਦੇਸ਼ ਦਿੱਤਾ ਹੈ, ਤਿਸ ਦਾ ਪਾਠ ਸਾਰਿਆਂ ਨੇ ਰਲ ਮਿਲ ਕੇ ਸ਼ਰਵਣ ਕੀਤਾ। ਆਓ ਇਸ ਬਾਬੇ ਦੇ ਪਾਵਨ ਹੁਕਮ ਨੂੰ ਵਿਚਾਰਨ ਦਾ, ਸਮਝਣ ਦਾ, ਆਪਣੀ ਜ਼ਿੰਦਗੀ ਦੇ ਅੰਦਰ ਲਾਗੂ ਕਰਨ ਦਾ ਯਤਨ ਕਰੀਏ। ਗੁਰੂ ਬਾਬੇ ਦੀ ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ਿਸ਼ ਦੁਹਰਾ ਲਈਏ। ਕੋਈ ਵੀ ਰਸਨਾ ਫਤਿਹ ਤੋਂ ਵਾਂਝੀ ਨਾ ਰਹੇ। ਪਿਆਰ ਸਹਿਤ ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਦਾ ਗੁਰੂ ਨਾਲ ਗੂੜਾ ਰਿਸ਼ਤਾ ਹੈ। ਸਿੱਖ ਨੇ ਆਪਣੀ ਜ਼ਿੰਦਗੀ ਦੇ ਬਹੁਤਾਤ ਕਰਮਾਂ ਨੂੰ ਗੁਰੂ ਸਾਹਿਬ ਜੀ ਤੋਂ ਅਕਲ ਲੈ ਕੇ, ਗੁਰੂ ਸਾਹਿਬ ਜੀ ਤੋਂ ਸਮਝ ਲੈ ਕੇ, ਗੁਰੂ ਸਾਹਿਬ ਜੀ ਤੋਂ ਵਿਵੇਕ ਬੁੱਧ ਲੈ ਕੇ ਕਰਨ ਦਾ ਯਤਨ ਕਰਨਾ ਹੈ।
ਤੇ ਕਰਦਾ ਹੈ। ਸੰਸਾਰ ਦੇ ਅੰਦਰ ਲੋਕਾਂ ਨੇ ਦਿਨਾਂ ਨੂੰ, ਵਾਰਾਂ ਨੂੰ, ਘੜੀਆਂ ਨੂੰ, ਮੁਹੂਰਤਾਂ ਨੂੰ ਆਪਣੇ ਢੰਗ ਨਾਲ ਸੋਚਿਆ ਸਮਝਿਆ। ਉੱਥੇ ਸਾਨੂੰ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਨਿਰੰਕਾਰੀ ਵਿਚਾਰਧਾਰਾ ਨੇ, ਜਿੱਥੇ ਬਾਣੀ ਦੇ ਰਾਹੀਂ ਬਹੁਤ ਸੁੰਦਰ ਉਪਦੇਸ਼, ਬਹੁਤ ਪਿਆਰੇ ਖਿਆਲ ਦਿੱਤੇ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੁਝ ਖਾਸ ਨਾਮ ਵਰਤ ਕੇ, ਕੁਝ ਖਾਸ ਦਿਨ ਵਰਤ ਕੇ, ਉਹਨਾਂ ਦੇ ਰਾਹੀਂ ਵੀ ਰੱਬੀ ਉਪਦੇਸ਼ ਸਾਡੀ ਝੋਲੀ ਵਿੱਚ ਪਾਉਣ ਦਾ ਯਤਨ ਕੀਤਾ। ਜਿਵੇਂ ਕਿ ਅਸੀਂ ਜਪਜੀ ਸਾਹਿਬ ਬਾਣੀ ਪੜ੍ਹਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 12 ਮਾਹ ਬਾਣੀਆਂ ਹਨ। 2 ਜਗ੍ਹਾ ਤੇ 12 ਮਾਹ ਬਾਣੀ ਦਰਜ ਹੈ। 12 ਦਾ ਮਤਲਬ ਅਸੀਂ ਸਾਰੇ ਹੀ ਜਾਣਦੇ ਹਾਂ, ਗਿਣਤੀ 12, ਮਾਹ ਦਾ ਅਰਥ ਮਹੀਨਾ ਹੁੰਦਾ ਹੈ। ਤੇ ਗੁਰੂ ਸਾਹਿਬ ਜੀ ਨੇ 12 ਮਹੀਨਿਆਂ ਦਾ ਨਾਮ ਵਰਤ ਕੇ ਉਹਨਾਂ ਦੇ ਰਾਹੀਂ ਵੀ ਸੁੰਦਰ ਖਿਆਲ ਸਾਨੂੰ ਦਿੱਤੇ ਵੀ ਜੇ ਸਿੱਖ ਗੁਰੂ ਦੀ ਗੋਦ ਵਿੱਚ ਬੈਠੇ ਤਾਂ ਇਹਨੂੰ ਇਹਨਾਂ ਦਿਨਾਂ ਵਿੱਚ ਵੀ ਰੱਬ ਜੀ ਦੇ ਨਾਲ, ਪ੍ਰਮਾਤਮਾ ਨਾਲ ਜੁੜਨ ਦੀ ਜਾਚ ਆਵੇ। ਤੇ ਅਸੀਂ ਸਾਰੇ ਉਸੇ ਹੀ ਵਿਚਾਰਧਾਰਾ ਨੂੰ, ਭਾਵੇਂ ਕਿ ਅਸੀਂ ਅੱਜ ਦੇ ਯੁੱਗ ਵਿੱਚ ਜਦੋਂ ਅਸੀਂ ਵੇਖਦੇ ਹਾਂ ਤਾਂ ਬਹੁਤ ਹਿੱਸਾ ਸੰਸਾਰ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਰਸਮੀ ਤੌਰ ਤੇ ਰਸਮ ਨਿਭਾਉਂਦਾ ਹੈ, ਪਰ ਸਹੀ ਅਰਥਾਂ 'ਚ ਗੁਰੂ ਨਾਲ ਪਿਆਰ ਜਿਹੜਾ ਹੈ ਉਹ ਉਸ ਰੂਪ ਵਿੱਚ ਨਹੀਂ ਕਰਦਾ। ਪਰ ਅਸੀਂ ਗੁਰੂ ਦੀ ਗੋਦ ਵਿੱਚ ਬੈਠਦੇ ਜ਼ਰੂਰ ਹਾਂ। ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਗੁਰੂ ਦੀ ਕੋਈ ਗੱਲ ਸਾਡੇ ਸਮਝ ਵਿੱਚ ਆਵੇ, ਸਾਨੂੰ ਪਤਾ ਲੱਗੇ ਵੀ ਸਾਡੇ ਗੁਰਦੇਵ ਪਾਤਸ਼ਾਹ ਜੀ ਸਾਨੂੰ ਕਹਿਣਾ ਕੀ ਚਾਹੁੰਦੇ ਹਨ। ਤੇ ਜਦੋਂ ਅਸੀਂ ਇਸ ਮਕਸਦ ਨਾਲ ਗੁਰੂ ਦੀ ਗੋਦ ਵਿੱਚ ਬੈਠਦੇ ਹਾਂ ਤੇ ਅੱਜ ਦਾ ਜਿਹੜਾ ਮਹੀਨਾ ਆਰੰਭ ਹੋ ਰਿਹਾ ਹੈ, ਕੱਤਕ ਮਹੀਨਾ, ਇਸ ਨਾਮ ਹੇਠ ਜੋ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਸਾਨੂੰ ਝੋਲੀ ਵਿੱਚ ਸਾਡੀ ਪਾਇਆ, ਸਾਡਾ ਫਰਜ਼ ਬਣਦਾ ਹੈ ਵੀ ਅਸੀਂ ਧਿਆਨ ਨਾਲ ਉਹਨਾਂ ਸ਼ਬਦਾਂ ਨੂੰ ਇੱਕ ਵਾਰ ਜਦੋਂ ਸੁਣੀਏ ਤੇ ਧਿਆਨ ਨਾਲ ਸਮਝਣ ਦਾ ਯਤਨ ਕਰੀਏ। ਵੇਖੋ, ਇੱਕ ਗੱਲ ਧਿਆਨ ਵਿੱਚ ਰੱਖੋ, ਸਿੱਖ ਨਿਆਰਾ ਤਾਂ ਰਹਿ ਸਕੇਗਾ ਜੇ ਗੁਰੂ ਦੀ ਨਿਆਰੀ ਵਿਚਾਰਧਾਰਾ ਨੂੰ ਸਮਝੇਗਾ। ਅਦਰਵਾਈਜ਼ ਇਹ ਨਿਆਰੀ ਵਿਚਾਰਧਾਰਾ ਨੂੰ ਨਹੀਂ ਸਮਝੇਗਾ ਤੇ ਅਸੀਂ ਸਮਾਜ ਦੇ ਉਸੇ ਹੀ ਵਹਿਣ ਵਿੱਚ ਵਹਿ ਜਾਵਾਂਗੇ ਜਿਸ ਵਹਿਣ ਵਿੱਚ ਬਾਕੀ ਦੁਨੀਆ ਵਹਿ ਰਹੀ ਹੈ। ਤੇ ਬਾਬੇ ਨੂੰ ਕਹਿਣਾ ਪਿਆ, ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਬੜੇ ਪਿਆਰੇ ਸ਼ਬਦ ਵਰਤੇ। ਬਾਬਾ ਫਰੀਦ ਜੀ ਕਹਿੰਦੇ, ਦੁਨੀ ਵਜਾਈ ਵੱਜਦੀ ਤੂੰ ਵੀ ਵਜੇ ਨਾਲ। ਦੁਨੀਆ ਤਾਂ ਵੱਜ ਹੀ ਰਹੀ ਹੈ, ਪਰ ਦੁੱਖ ਮੈਨੂੰ ਇਸ ਗੱਲ ਦਾ ਹੈ ਵੀ ਤੂੰ ਵੀ ਉਸ ਦੁਨੀਆ ਦੇ ਵਹਿਣ ਵਿੱਚ ਹੀ ਵਹਿ ਗਿਆ। ਜਿਹੜਾ ਸਿੱਖ ਹੈ ਦੁਨੀਆ ਦੇ ਵਹਿਣ ਵਿੱਚ ਨਹੀਂ ਵਹਿੰਦਾ, ਇਸੇ ਕਰਕੇ ਇਹ ਸਿੱਖ ਹੈ। ਸਾਰੀ ਦੁਨੀਆ ਇੱਕ ਬੰਨੇ ਹੋਵੇ, ਸਿੱਖ ਇੱਕ ਵੀ ਹੋਵੇ ਤੇ ਉਸ ਜਗ੍ਹਾ ਤੇ ਰਹਿੰਦਾ ਜੋ ਸੱਚ ਹੈ, ਜੋ ਹਕੀਕਤ ਹੈ, ਜੋ ਸਹੀ ਹੈ। ਉਹ ਵਹਿਣ ਦਾ ਸਾਹਮਣਾ ਕਰਦਿਆਂ ਵਹਿਣ ਦਾ ਹਿੱਸਾ ਨਹੀਂ ਬਣਦਾ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬੋਲ ਬੜੇ ਪਿਆਰ ਨਾਲ, ਬੜੀ ਭਾਵਨਾ ਨਾਲ ਆਪਣੇ ਮੂੰਹੋਂ ਕੱਢੇ। ਮਹਾਰਾਜ ਕਹਿੰਦੇ, ਮੈਨੂੰ ਦੁੱਖ ਇਸ ਗੱਲ ਦਾ ਹੈ ਵੀ ਦੁਨੀ ਵਜਾਈ ਵੱਜਦੀ ਤੂੰ ਵੀ ਵੱਜੈ ਨਾਲ। ਫਿਰ ਸ਼ਬਦ ਵਰਤਿਆ ਬਾਬਾ ਫਰੀਦ ਜੀ ਨੇ, ਕਹਿੰਦੇ ਸੋਈ ਜੀਵ ਨਾ ਵੱਜਦਾ ਜਿਸ ਅੱਲਾ ਕਰਦਾ ਸਾਰ। ਉਹ ਜੀਵ ਦੁਨੀਆ ਦੇ ਵਾਜੇ ਵਜਾਉਣ ਨਾਲ ਜਾਂ ਦੁਨੀਆ ਦੀ ਰੀਤ ਵਿੱਚ ਨਹੀਂ ਫਸਦਾ, ਜਿਹਦੀ ਅੱਲਾ ਸਾਰ ਕਰਦਾ ਹੈ, ਜਿਹਦੀ ਉਹ ਅਕਾਲ ਪੁਰਖ ਵਾਹਿਗੁਰੂ ਸਾਰ ਲੈਂਦਾ ਹੈ। ਤੇ ਅਕਾਲ ਪੁਰਖ ਵਾਹਿਗੁਰੂ ਸਾਰ ਉਹਦੀ ਲੈਂਦਾ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਮੰਨਦਾ ਹੈ, ਜਿਹੜਾ ਅਕਾਲ ਪੁਰਖ ਵਾਹਿਗੁਰੂ ਨਾਲ ਨਾਤਾ ਜੋੜਦਾ। ਤੇ ਸ਼ਾਇਦ ਸਿੱਖ ਇਸੇ ਲਈ ਗਾਏ ਬਗਾਏ ਗੁਰੂ ਦੀ ਗੋਦ ਵਿੱਚ ਬਹਿ ਕੇ ਆਪਣਾ ਨਾਤਾ ਗੁਰੂ ਨਾਲ ਜੋੜਦੇ। ਤੇ ਅੱਜ ਦਾ ਪਾਵਨ ਜੋ ਉਪਦੇਸ਼ ਹੈ ਉਹਨੂੰ ਤੁਸੀਂ ਧਿਆਨ ਨਾਲ ਵੇਖੋ, ਕਿੱਡੇ ਮੁਬਾਰਕ ਸ਼ਬਦ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਰਤੇ। ਜਦੋਂ ਇਹ 12 ਮਾਹ ਬਾਣੀ ਅਸੀਂ ਪੜ੍ਹਦੇ ਹਾਂ ਤੇ 14 ਇਸ 12 ਮਾਹ ਪੌੜੀ ਦੀਆਂ 12 ਮਾਹ ਬਾਣੀ ਦੀਆਂ 14 ਪੌੜੀਆਂ ਨੇ। ਅਕਸਰ ਅਸੀਂ 12 ਪੌੜੀਆਂ ਦਾ ਪਾਠ ਹੀ ਬਹੁਤੇ ਧਿਆਨ ਨਾਲ ਕਰਦੇ ਹਾਂ, ਕਿਉਂਕਿ ਅਸੀਂ ਜਿਹੜਾ ਜਿਸ ਤਰ੍ਹਾਂ ਨਾਲ ਮੰਨਦੇ ਹਾਂ ਇਹ ਹੁੰਦਾ ਹੈ ਵੀ ਅਸੀਂ ਮਹੀਨੇ ਦਾ ਉਪਦੇਸ਼ ਸੁਣਨਾ ਹੁੰਦਾ ਹੈ ਤੇ ਮਹੀਨਿਆਂ ਦਾ ਨਾਮ 12 ਪੌੜੀਆਂ 'ਚ ਆਉਂਦਾ। ਪਹਿਲੀ ਪੌੜੀ 'ਚ ਵੀ ਨਹੀਂ ਆਉਂਦਾ ਤੇ ਅਖੀਰਲੀ ਪੌੜੀ ਵਿੱਚ ਵੀ ਨਹੀਂ ਆਉਂਦਾ। ਅਸੀਂ ਉਹ ਪਹਿਲੀ ਪੌੜੀ ਵੱਲ ਵੀ ਬਹੁਤਾ ਧਿਆਨ ਨਹੀਂ ਦਿੰਦੇ ਤੇ ਅਖੀਰਲੀ ਪੌੜੀ ਵੱਲ ਵੀ ਧਿਆਨ ਨਹੀਂ ਦਿੰਦੇ। ਤੁਸੀਂ ਕਈ ਵਾਰ ਨੋਟ ਕੀਤਾ ਹੋਣਾ, ਕਈ ਵਾਰ ਤਾਂ ਇਦਾਂ ਹੁੰਦਾ ਹੈ ਵੀ ਸਾਰਾ 12 ਮਾਹ ਪੜ੍ਹਿਆ ਜਾਂਦਾ ਹੁੰਦਾ ਹੈ, ਗੁਰਦੁਆਰੇ ਵਿੱਚ ਭਾਈ ਸਾਹਿਬ ਜੀ ਪੜ੍ਹਦੇ ਹੁੰਦੇ ਨੇ ਤੇ ਅਸੀਂ ਗੌਰ ਉਦੋਂ ਕਰਦੇ ਹਾਂ ਜਦੋਂ ਜਿਹੜਾ ਮਹੀਨਾ ਚੜ੍ਹਨਾ ਹੁੰਦਾ ਹੈ ਨਾ, ਉਹਦਾ ਨਾਮ ਆਉਂਦਾ ਹੈ ਤੇ ਅਸੀਂ ਉੱਚੀ ਸਾਰੀ ਏਦਾਂ ਫੀਲ ਕਰਦੇ ਹਾਂ ਵੀ ਚਲੋ ਇਹੋ ਹੀ ਸੁਣਨ ਆਏ ਸਾਂ।
ਬਾਕੀ ਜੋ ਪੜ੍ਹਿਆ ਜਾਂਦਾ ਸਾਡੇ ਬਹੁਤਾ ਧਿਆਨ ਵਿੱਚ ਨਹੀਂ ਹੁੰਦਾ। ਤੇ ਜਿਹਦੇ ਵਿੱਚ ਨਾਮ ਹੀ ਨਹੀਂ ਆਉਣਾ, ਇਹ ਠੀਕ ਹੈ ਵੀ ਜੇ ਕੱਤਕ ਦਾ ਮਹੀਨਾ ਸੁਣ ਰਹੇ ਆ ਤੇ ਕੱਤਕ ਵਾਲਾ ਨਾਮ ਆਏਗਾ ਤੇ ਅਸੀਂ ਥੋੜਾ ਜਿਹਾ ਗੌਰ ਕਰ ਲਾਂਗੇ, ਥੋੜਾ ਜਿਹਾ ਤਵੱਜੋ ਦੇ ਲਾਂਗੇ ਉਹਦੇ 'ਚ। ਜੇ ਸਾਵਣ ਦਾ ਮਹੀਨਾ ਆਏਗਾ ਤੇ ਅਸੀਂ ਉਹਦੇ ਤੇ ਗੌਰ ਕਰ ਲਾਂਗੇ, ਜੇ ਅੱਸੂ ਦਾ ਆਏਗਾ ਅਸੀਂ ਉਹਦੇ ਤੇ ਗੌਰ ਕਰ ਲਾਂਗੇ। ਪਰ ਜਿਹਦੇ 'ਚ ਮਹੀਨਿਆਂ ਦਾ ਨਾਮ ਨਹੀਂ ਆਉਣਾ ਅਸੀਂ ਗੌਰ ਹੀ ਨਹੀਂ ਕਰਦੇ, ਤੇ ਸ਼ਾਇਦ ਅਸੀਂ ਤਾਂ ਹੀ ਉਸ ਮੰਜ਼ਿਲ ਤੇ ਪਹੁੰਚਣ ਵਿੱਚ ਅਸਮਰੱਥ ਰਹਿ ਜਾਂਦੇ ਆ। ਖੈਰ ਗੁਰੂ ਕੇ ਪਿਆਰ ਵਾਲਿਓ, ਸਮਾਂ ਨਹੀਂ। ਪਹਿਲੀਆਂ ਪੌੜੀਆਂ ਜਦੋਂ ਤੁਸੀਂ ਪੜ੍ਹੋਗੇ ਨਾ 12 ਮਾਹ ਦੀਆਂ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਬੜਾ ਪਿਆਰਾ ਜਿਹਾ ਉਪਦੇਸ਼ ਦਿੱਤਾ ਹੈ। ਮਹਾਰਾਜ ਕਹਿੰਦੇ, ਬੰਦਿਆ ਇਹ ਜ਼ਰੂਰ ਹਿਸਾਬ ਕਿਤਾਬ ਰੋਜ਼ ਲਾਇਆ ਕਰ ਵੀ ਤੇਰਾ ਰੱਬ ਨਾਲੋਂ ਵਿਛੋੜਾ ਕਿਉਂ ਪਿਆ। ਇੱਕ ਬੇਨਤੀ ਹੋਰ ਕਰ ਦਿਆ, ਦੁਨੀਆ ਦਾ ਹਰ ਧਰਮ ਕਰਮ ਰੱਬ ਨੂੰ ਕਿਸੇ ਵੱਖਰੀ ਥਾਂ ਤੇ ਮੰਨਦਾ ਹੈ। ਗੁਰੂ ਨਾਨਕ ਦਾ ਘਰ ਰੱਬ ਦੇ ਨਾਂ ਨੂੰ, ਰੱਬ ਨੂੰ ਕਿਸੇ ਵੱਖਰੀ ਥਾਂ ਤੇ ਨਹੀਂ ਮੰਨਦਾ, ਸਾਡੇ ਨਾਲ ਹੀ ਮੰਨਦਾ। ਇਹ ਵਿਲੱਖਣਤਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ, ਔਰ ਇਹ ਕ੍ਰਾਂਤੀਕਾਰੀ ਕਦਮ ਹੈ। ਇਹ ਕੋਈ ਨਿੱਕੀ ਮੋਟੀ ਗੱਲ ਨਹੀਂ ਹੈ ਵੀ ਗੁਰੂ ਨਾਨਕ ਨੇ ਰੱਬ ਜੀ ਨੂੰ ਤੁਹਾਡੇ ਨਾਲ ਹੀ ਬਿਆਨ ਕਰ ਦਿੱਤਾ। ਸੌਖਾ ਜਿਹਾ ਸਮਝ ਲਓ, ਜਦੋਂ ਅਸੀਂ ਕਹਿੰਦੇ ਹਾਂ ਤੈਨੂੰ ਰੱਬ ਦਾ ਭੈ ਨਹੀਂ, ਤੇ ਇਹਦਾ ਮਤਲਬ ਹੁੰਦਾ ਹੈ ਅਸੀਂ ਬੰਦੇ ਨੂੰ ਇਹ ਅਹਿਸਾਸ ਕਰਾਉਣਾ ਚਾਹੁੰਦੇ ਹਾਂ ਵੀ ਰੱਬ ਦਾ ਖੌਫ ਖਾ, ਰੱਬ ਤੋਂ ਡਰ ਥੋੜਾ ਜਿਹਾ। ਤੇ ਫਿਰ ਅਸੀਂ ਇਦਾਂ ਕਰਦਿਆਂ ਹੌਲੀ ਹੌਲੀ ਹਾਲਾਤ ਇਸ ਤਰ੍ਹਾਂ ਦੇ ਕਈ ਵਾਰ ਪੈਦਾ ਕਰ ਦਿੰਦੇ ਆ, ਜਾਂ ਇਸ ਤਰ੍ਹਾਂ ਦੀ ਸਾਡੀ ਵਿਚਾਰਧਾਰਾ ਹੈ, ਜਾਂ ਇਸ ਤਰ੍ਹਾਂ ਅਸੀਂ ਸੁਣਦੇ ਸਮਝਦੇ ਆ ਸਮਾਜ ਦੇ ਵਿੱਚ ਵੀ ਘੱਟੋ ਘੱਟ ਰੱਬ ਦੇ ਘਰ ਤੇ ਰੱਬ ਦਾ ਬਣਿਆ ਕਰ। ਸਾਡੀ ਆਮ ਬੋਲੀ ਵਿੱਚ ਇਹ ਹੈ ਵੀ ਇਹ ਰੱਬ ਦਾ ਘਰ ਹੈ ਤੇ ਰੱਬ ਦੇ ਘਰ ਅਸੀਂ ਰੱਬ ਦੇ ਬੰਦੇ ਬਣ ਕੇ ਰਹਿਣਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਕਿਹਾ, ਰੱਬ ਦਾ ਘਰ ਕੋਈ ਖਾਸ ਥਾਂ ਨਹੀਂ ਬਣਾਈ ਜਾ ਸਕਦੀ, ਤੇ ਕੋਈ ਇਹੋ ਜਿਹਾ ਥਾਂ ਨਹੀਂ ਜਿਹਨੂੰ ਇਹ ਕਿਹਾ ਜਾ ਸਕੇ ਵੀ ਇਹ ਰੱਬ ਦਾ ਘਰ ਨਹੀਂ ਹੈ। ਹੁਣ ਸਮਾਂ ਨਹੀਂ, ਇਹਨਾਂ ਗੱਲਾਂ ਨੂੰ ਥੋੜੇ ਜਿਹੇ ਤਵੱਜੋ ਦੇ ਕੇ ਜੇ ਸਮਝੋਗੇ, ਅੱਜ ਦੁਨੀਆ ਦੇ ਅੰਦਰੋਂ ਬਹੁਤ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ ਜੇ ਦੁਨੀਆ ਦੇ ਲੋਕ ਇਹ ਗੱਲ ਨੂੰ ਥੋੜੇ ਜਿਹੇ ਧਿਆਨ ਨਾਲ ਸਮਝ ਲੈਣ ਵੀ ਰੱਬ ਤੋਂ ਬਿਨਾਂ ਕੋਈ ਥਾਂ ਹੀ ਨਹੀਂ ਹੈ। ਕੋਈ ਐਸਾ ਥਾਂ ਨਹੀਂ ਜਿੱਥੇ ਰੱਬ ਨਹੀਂ ਹੈ, ਜਿੱਥੇ ਪ੍ਰਮਾਤਮਾ ਨਹੀਂ, ਜਿੱਥੇ ਗੋਡ ਨਹੀਂ, ਜਿੱਥੇ ਅੱਲਾਹ ਤਾਲਾ ਨਹੀਂ। ਅਸੀਂ ਰੱਬ ਜੀ ਦੇ ਘਰ ਵਿੱਚ ਤਾਂ ਥੋੜਾ ਜਿਹਾ ਆਪਣੇ ਆਪ ਨੂੰ ਉਸ ਤਰ੍ਹਾਂ ਫੀਲ ਕਰਾਉਨੇ ਆ, ਪਰ ਜਦੋਂ ਅਸੀਂ ਉੱਥੋਂ ਬਾਹਰ ਨਿਕਲ ਜਾਂਦੇ ਆ, ਉਸ ਚਾਰ ਦੀਵਾਰੀ ਚੋਂ ਬਾਹਰ ਹੋ ਜਾਂਦੇ ਆ, ਤੇ ਅਸੀਂ ਦੁਨੀਆ ਦੇ ਰੰਗ ਵਿੱਚ ਰੰਗੇ ਜਾਂਦੇ ਆ, ਕਿਉਂਕਿ ਸਾਨੂੰ ਲੱਗਦਾ ਹੈ ਵੀ ਇਹ ਹੁਣ ਰੱਬ ਦਾ ਘਰ ਨਹੀਂ ਹੈ। ਔਰ ਤੁਸੀਂ ਵੇਖੋ, ਕ੍ਰਾਈਮ, ਜ਼ੁਲਮ, ਬੇਈਮਾਨੀਆਂ, ਅਤਿਆਚਾਰ, ਸਮਾਜ ਦੀਆਂ ਕਿੰਨੀਆਂ ਭੈੜੀਆਂ ਸਮੱਸਿਆਵਾਂ ਇਸ ਧਰਤੀ ਦੇ ਹਿੱਕ ਤੇ ਵਾਪਰਦੀਆਂ ਨੇ, ਤੇ ਜਿਹੜੇ ਬੇਈਮਾਨੀਆਂ, ਬੁਰਾਈਆਂ, ਭੈੜੀਆਂ ਚੀਜ਼ਾਂ ਕਰਦੇ ਨੇ ਨਾ, ਉਹ ਵੀ ਕਿਸੇ ਨਾ ਕਿਸੇ ਦਿਨ ਧਰਮ ਸਥਾਨ ਤੇ ਜਾਂਦੇ ਨੇ। ਪਰ ਉਹ ਮੰਨਦੇ ਨੇ ਵੀ ਧਰਮ ਸਥਾਨ ਇੱਕੋ ਥਾਂ ਤੇ, ਉੱਥੇ ਹੀ ਧਰਮ ਦਾ ਕਰਮ ਕਰਨਾ ਹੁੰਦਾ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਨਹੀਂ, ਇਦਾਂ ਨਹੀਂ ਹੋ ਸਕਦਾ। ਜੇ ਤੁਸੀਂ ਧਰਮ ਦਾ ਕਰਮ ਕਰਨ ਲਈ ਕੋਈ ਖਾਸ ਥਾਂ ਬਣਾ ਲੈਣਾ, ਫਿਰ ਸਾਰੀ ਦੁਨੀਆ ਕਦੀ ਧਰਮੀ ਨਹੀਂ ਹੋਣੀ। ਇੱਕ ਬੋਲ ਚੇਤੇ ਕਰਾ ਦਿੰਦਾ, ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪਰਥਾਏ ਲਿਖੇ। ਉਹ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜਿਹੜੇ ਧਰਮ ਦੀ ਗੱਲ ਕਰਦੇ ਨੇ ਨਾ, ਉਹ ਧਰਮ ਜਿਹੜਾ ਉਹ ਹੈ ਘਰ ਘਰ ਅੰਦਰ ਧਰਮਸ਼ਾਲ। ਹਰ ਘਰ ਧਰਮਸ਼ਾਲ ਬਣਨੀ ਚਾਹੀਦੀ ਹੈ। ਔਰ ਹੋਰ ਸੌਖਾ, ਹਰ ਘਰ ਦਾ ਅਰਥ ਵੀ ਸਾਡੀ ਘਰ ਦੀ ਚਾਰ ਦੀਵਾਰੀ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਨੇ ਘਰ ਕਿਹਾ ਸਾਡੇ ਹਿਰਦੇ ਨੂੰ, ਯਾਨੀ ਕਿ ਦੁਨੀਆ ਦਾ ਹਰ ਬੰਦੇ ਦਾ ਹਿਰਦਾ ਧਰਮਸ਼ਾਲ ਬਣਨਾ ਚਾਹੀਦਾ। ਤੇ ਜੇ ਸੰਸਾਰ ਦੇ ਹਰ ਬੰਦੇ ਦਾ ਹਿਰਦਾ ਧਰਮਸ਼ਾਲ ਬਣ ਜਾਏਗਾ, ਤੇ ਮੈਨੂੰ ਨਹੀਂ ਲੱਗਦਾ ਕੋਈ ਅਧਰਮ ਵਾਲੀ ਥਾਂ ਰਹਿ ਜਾਣੀ ਹੈ। ਅਧਰਮ ਵੀ ਹਿਰਦੇ ਚੋਂ ਹੀ ਪੈਦਾ ਹੁੰਦਾ ਤੇ ਧਰਮ ਵੀ ਹਿਰਦੇ ਚੋਂ ਪੈਦਾ ਹੁੰਦਾ। ਤਾਂ ਹੀ ਬਾਬੇ ਨੇ ਕਿਹਾ ਸੀ ਨਾ, ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਇਹ ਦੋਵੇਂ ਇੱਕ ਥਾਂ ਤੇ ਨਹੀਂ ਰਹਿ ਸਕਦੀਆਂ। ਜਾਂ ਤਾਂ ਤੇਰੇ ਅੰਦਰ ਧਰਮ ਰਹਿਣਾ, ਜਾਂ ਧਰਮ ਰਹਿਣਾ। ਤੇ ਜੇ ਤੂੰ ਇਹ ਸੋਚਦਾ ਵੀ ਮੈਂ ਧਰਮੀ ਵੀ ਹੋਣਾ ਤੇ ਅਧਰਮੀ ਵੀ ਹੋਣਾ, ਇਹ ਦੁਨਿਆਵੀ ਜਾਂ ਬਾਕੀ ਚੀਜ਼ਾਂ ਦੇ ਹਿਸਾਬ ਨਾਲ ਤਾਂ ਠੀਕ ਹੋ ਸਕਦਾ। ਗੁਰੂ ਨਾਨਕ ਸਾਹਿਬ ਜੀ ਦੇ ਧਰਮ ਦੇ ਹਿਸਾਬ ਨਾਲ ਇਹ ਠੀਕ ਨਹੀਂ ਹੋ ਸਕਦਾ। ਗੁਰੂ ਨਾਨਕ ਪਿਤਾ ਜੀ ਦੇ ਹਿਸਾਬ ਨਾਲ ਜਾਂ ਬੰਦਾ ਧਰਮੀ ਹੁੰਦਾ ਤੇ ਜਾਂ ਅਧਰਮੀ ਹੁੰਦਾ। ਦੋਵੇਂ ਚੀਜ਼ਾਂ ਨਹੀਂ ਹੋ ਸਕਦੀਆਂ। ਜੇ ਦੋਵੇਂ ਚੱਲਦੀਆਂ ਨੇ ਤੇ ਨਾ ਤੇਰੇ ਕੋਲ ਧਰਮ ਚੱਜਦਾ ਤੇ ਨਾ ਤੂੰ ਅਧਰਮੀ ਹੈ, ਤੇਰੇ ਕੋਲ ਕੁਝ ਵੀ ਨਹੀਂ ਹੈ ਫਿਰ। ਕਿਉਂਕਿ ਜਿੱਥੇ ਧਰਮ ਹੈ ਉੱਥੇ ਧਰਮ ਦਾ ਕੋਈ ਮਤਲਬ ਹੀ ਨਹੀਂ ਬਣਦਾ। ਬੜੇ ਪਿਆਰੇ ਬੋਲ ਬਾਣੀ ਦੇ ਅੰਦਰ ਬਾਬਾ ਕਬੀਰ ਜੀ ਨੇ ਵਰਤੇ, ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ। ਜਿੱਥੇ ਗਿਆਨ ਹੈ ਉੱਥੇ ਧਰਮ ਹੈ।
ਤੇ ਹੁਣ ਗਿਆਨ ਤਾਂ ਰਿਸ਼ਵਤ ਲੈਣ ਵਾਲੇ ਨੂੰ ਵੀ ਹੋਣਾ ਚਾਹੀਦਾ ਵੀ ਇਹਦੀ ਸਜ਼ਾ ਮਿਲ ਸਕਦੀ ਹੈ। ਝੂਠ ਬੋਲਣ ਵਾਲੇ ਨੂੰ ਵੀ ਗਿਆਨ ਚਾਹੀਦਾ ਵੀ ਝੂਠ ਬੋਲਣ ਦਾ ਮਤਲਬ ਕੀ ਬਣਦਾ। ਹਰ ਇੱਕ ਚੀਜ਼ ਦਾ ਗਿਆਨ ਸਾਨੂੰ ਹੋਣਾ ਚਾਹੀਦਾ। ਅਸੀਂ ਗਿਆਨੀ ਆ। 21ਵੀਂ ਸਦੀ ਹੈ। ਅੱਜ ਪੜ੍ਹਾਈ ਲਿਖਾਈ ਦਾ ਯੁੱਗ ਹੈ, ਟੈਕਨੋਲੋਜੀ ਦਾ ਯੁੱਗ ਹੈ। ਅੱਜ ਬਹੁਤ ਦੁਨੀਆ ਤਰੱਕੀ ਕਰ ਗਈ ਹੈ, ਪਰ ਜਿਹੜਾ ਮਾਨਸਿਕ ਪੱਧਰ ਹੈ ਨਾ ਸਾਡਾ ਉੱਥੇ ਦਾ ਉੱਥੇ ਹੀ ਖੜਾ ਹੈ। ਔਰ ਮੈਂ ਕਈ ਵਾਰ ਬੇਨਤੀ ਕਰਦਾ ਹੁੰਦਾ ਵੀ ਅਸੀਂ ਤਾਂ ਸਗੋਂ ਪਿੱਛੇ ਨੂੰ ਜਾ ਰਹੇ ਹਾਂ। ਮਾਨਸਿਕ ਲੈਵਲ ਤੇ ਅਸੀਂ ਪਿੱਛੇ ਨੂੰ ਜਾ ਰਹੇ ਹਾਂ। ਅੱਜ ਤੋਂ 550 ਸਾਲ ਪਹਿਲਾਂ ਜਿਸ ਜੰਮੂ ਦੀ ਰਿਆਇਆ ਵਿੱਚ ਤੁਸੀਂ ਬੈਠੇ ਹੋ, ਅੱਜ ਤੋਂ 100 ਸਾਲ ਪਹਿਲਾਂ ਇਹਨਾਂ ਥਾਵਾਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਇਮ ਕੀਤਾ ਨਾ ਜਦੋਂ, ਤੇ ਉਹ ਹਾਲਾਤ ਇਸ ਤਰ੍ਹਾਂ ਦੇ ਸਨ ਵੀ ਕੁੱਤਿਆਂ ਦੇ ਗਲੋਂ ਕੋਈ ਕੈਂਠਾ ਨਹੀਂ ਸੀ ਲਾਉਂਦਾ, ਸੋਨੇ ਦੀ ਦੁਕਾਨ ਨੂੰ ਜਿੰਦਰਾ ਨਹੀਂ ਸੀ ਲਾਉਣਾ ਪੈਂਦਾ। ਅੱਜ ਤੋਂ 100 ਸਾਲ ਪਹਿਲਾਂ ਸੋਨੇ ਦੀ ਦੁਕਾਨ ਨੂੰ ਜਿੰਦਰਾ ਨਹੀਂ ਸੀ ਲਾਉਣਾ ਪੈਂਦਾ। ਤੁਸੀਂ ਥੋੜਾ ਜਿਹਾ ਸੋਚ ਕੇ ਵੇਖੋ ਵੀ ਅੱਜ ਹੈਗੇ ਨੇ ਹਾਲਾਤ ਵੀ ਸੋਨੇ ਦੀ ਦੁਕਾਨ ਛੱਡੋ, ਮੈਂ ਕਹਿੰਦਾ ਕੋਈ ਐਸੀ ਚੀਜ਼ ਜਿਹਨੂੰ ਜਿੰਦਰਾ ਨਾ ਲਾਉਣਾ ਪੈਂਦਾ ਹੋਵੇ। ਤੇ ਮੈਂ ਤੇ ਕਈ ਵਾਰ ਇੱਥੋਂ ਤੱਕ ਕਹਿਣਾ ਹੁੰਦਾ, ਅਸੀਂ ਤੇ ਆਪਣੇ ਘਰ 4 ਜੀਆਂ 'ਚ ਮੋਬਾਈਲ ਰੱਖਣਾ ਹੁੰਦਾ, ਉਹਨੂੰ ਵੀ ਸਿਕਿਉਰਿਟੀ ਕੋਡ ਲਾ ਕੇ ਰੱਖਣਾ ਪੈਂਦਾ। ਇਹਦੇ ਬਿਨਾਂ ਤੁਸੀਂ ਉਹਨੂੰ ਆਪਣੇ ਘਰ 'ਚ ਵੀ ਨਹੀਂ ਰੱਖ ਸਕਦੇ। ਇਹਦਾ ਮਤਲਬ ਹੈ ਵੀ ਸਾਡਾ ਲੈਵਲ ਬਹੁਤ ਥੱਲੇ ਆ ਗਿਆ। ਬਹੁਤ ਚੀਜ਼ਾਂ ਵਧੀਆਂ ਹੋਣਗੀਆਂ, ਸਾਡੇ ਕੋਲ ਐਜੂਕੇਸ਼ਨ ਆਈ ਹੋਏਗੀ, ਸਾਡੇ ਕੋਲ ਨੌਲੇਜ ਆਈ ਹੋਏਗੀ, ਜਾਣਕਾਰੀ ਆਈ ਹੋਏਗੀ। ਇਹ ਨਹੀਂ ਮੈਂ ਕਹਿੰਦਾ ਸਾਡੇ ਕੱਪੜਿਆਂ ਦਾ ਸਟਾਈਲ ਬਦਲਿਆ ਹੋਏਗਾ। ਹੋ ਸਕਦਾ ਸਾਡੇ ਬਜ਼ੁਰਗ ਅੱਜ ਤੋਂ 100 ਸਾਲ ਪਹਿਲਾਂ ਇੰਨੇ ਸੋਹਣੇ ਜਾਂ ਇੰਨੇ ਖੂਬਸੂਰਤ ਢੰਗ ਨਾਲ ਕੱਪੜੇ ਨਾ ਪਾਉਂਦੇ ਹੋਣ, ਜਾਂ ਉਹਨਾਂ ਦੇ ਕੱਪੜਿਆਂ ਵਿੱਚੋਂ ਇੰਨੀ ਸੋਹਣੀ ਖੁਸ਼ਬੂ ਨਾ ਆਉਂਦੀ ਹੋਵੇ, ਇੰਨੀ ਸੋਹਣੀ ਸਮੈਲ ਉਹਨਾਂ ਦੇ ਕੱਪੜਿਆਂ 'ਚੋਂ ਨਾ ਆਉਂਦੀ ਹੋਵੇ, ਪਰ ਉਹਨਾਂ ਦੇ ਕਿਰਦਾਰ ਵਿੱਚੋਂ ਖੁਸ਼ਬੂ ਬਾ ਕਮਾਲ ਆਉਂਦੀ ਸੀ। ਉਹਨਾਂ ਦੇ ਕਿਰਦਾਰ ਦੀ ਖੁਸ਼ਬੂ ਦੀ ਬਦੌਲਤ ਅੱਜ ਅਸੀਂ ਗੁਰੂ ਦੀ ਗੋਦ ਵਿੱਚ ਬਹਿ ਕੇ ਉਹਨਾਂ ਦੀਆਂ ਗੱਲਾਂ ਕਰ ਰਹੇ ਹਾਂ। ਅੱਜ ਵੀ ਉਹਨਾਂ ਦੀ ਖੁਸ਼ਬੂ, ਉਹਨਾਂ ਦੇ ਕਿਰਦਾਰ ਦੀ ਖੁਸ਼ਬੂ ਆ ਰਹੀ ਹੈ। ਕੱਪੜਿਆਂ ਦੀ ਖੁਸ਼ਬੂ ਦੀ ਕੋਈ ਜ਼ਿਕਰ ਨਹੀਂ ਹੁੰਦਾ। ਕਦੀ ਇਤਿਹਾਸ ਨੇ ਕਿਸੇ ਦੇ ਕੱਪੜਿਆਂ 'ਚ ਆਉਂਦੀ ਸਮੈਲ ਬਾਰੇ ਇਤਿਹਾਸ ਨਹੀਂ ਲਿਖਣਾ ਹੁੰਦਾ। ਜਦੋਂ ਕਿਸੇ ਨੇ ਕਾਗਜ਼ ਕਲਮ ਫੜਨਾ, ਇਤਿਹਾਸ ਲਿਖਣ ਬਹਿਣਾ, ਤੇ ਉਹਨੇ ਤੁਹਾਡੇ ਕਿਰਦਾਰ ਦੇ ਬਾਰੇ ਲਿਖਣਾ ਹੈ। ਉਹਨੇ ਤੁਹਾਡੀ ਜ਼ਿੰਦਗੀ ਦੇ ਸਟਾਈਲ ਬਾਰੇ ਲਿਖਣਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ 12 ਮਾਹ ਦੀ ਸ਼ੁਰੂਆਤ ਕਰਦੇ ਆ। ਪਹਿਲੇ ਬੋਲ ਮਹਾਰਾਜ ਵਰਤਦੇ ਤੇ ਮਹਾਰਾਜ ਕਹਿੰਦੇ, ਰੱਬ ਨਾਲੋਂ ਵਿਛੜਿਆ ਕਿਉਂ ਆ, ਮੈਂ ਕਦੀ ਇਹਦੇ ਤੇ ਚਰਚਾ ਕਰੀ। ਤੂੰ ਰੱਬ ਨਾਲ ਮਿਲਣਾ ਕਿਵੇਂ, ਬਹੁਤ ਚਰਚਾ ਕਰਦਾ। ਸਾਰੀ ਦੁਨੀਆ ਕਹਿੰਦੀ ਹੈ ਰੱਬ ਮਿਲਾ ਦਿਓ, ਤੇ ਅਸੀਂ ਸਾਰੇ ਹੀ ਰੱਬ ਮਿਲਣ ਲਈ ਕਾਹਲੇ ਵੀ ਆ, ਤੇ ਬੜੇ ਬੜੇ ਯਤਨ ਕਰਦੇ ਆ ਰੱਬ ਨੂੰ ਮਿਲਣ ਦੇ, ਬਹੁਤ ਯਤਨ ਕਰਦੇ ਆ। ਪਰ ਰੱਬ ਨਾਲੋਂ ਵਿਛੜੇ ਕਿਉਂ ਆ, ਚਰਚਾ ਇਹਦੇ ਤੇ ਕਰਨੀ ਚਾਹੀਦੀ ਹੈ। ਪਾਸ ਹੋਣਾ ਹੈ ਤੇ ਇਹ ਵੀ ਵੇਖਣਾ ਪੈਣਾ ਵੀ ਫੇਲ ਕਿਉਂ ਹੋ ਰਿਹਾ ਮੈਂ। ਜਿੰਨਾ ਚਿਰ ਫੇਲ ਹੋਣ ਦਾ ਨਹੀਂ ਪਤਾ ਲੱਗੇਗਾ ਉਹਨਾਂ ਚਿਰ ਪਾਸ ਹੀ ਨਹੀਂ ਹੋ ਸਕਦੇ ਅਸੀਂ। ਜੇ ਤੁਸੀਂ ਸਕਸੈਸ ਹੋਣਾ ਹੈ, ਕਾਮਯਾਬ ਹੋਣਾ ਹੈ, ਤੇ ਤੁਹਾਨੂੰ ਨਾਕਾਮਯਾਬੀ ਦੇ ਨੁਕਤਿਆਂ ਨੂੰ ਸਮਝਣਾ ਪੈਣਾ ਵੀ ਮੈਂ ਨਾਕਾਮਯਾਬ ਕਿਉਂ ਹੋ ਰਿਹਾ, ਮੇਰੇ 'ਚ ਫੇਲੀਅਰ ਕਿਉਂ ਹੈ। ਦਾਤਾਰ ਸੱਚੇ ਪਾਤਸ਼ਾਹ ਜੀ ਨੇ 12 ਮਾਹ ਦੀ ਸ਼ੁਰੂਆਤ ਕੀਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਇੱਕ ਗੱਲ ਚੇਤੇ ਰੱਖੀ, ਕਿਰਤ ਕਰਮ ਕੇ ਵਿਛੜੇ। ਤੂੰ ਆਪਣੇ ਕੰਮਾਂ ਕਰਕੇ ਰੱਬ ਨਾਲੋਂ ਵਿਛੜਿਆ। ਸਿੱਧਾ ਔਰ ਸਪਸ਼ਟ ਫੈਸਲਾ ਹੈ, ਕੋਈ ਇਹਦੀ ਲੰਮੀ ਚੌੜੀ ਵਿਆਖਿਆ ਨਹੀਂ ਹੈ। ਤੁਹਾਨੂੰ ਕੱਲੇ ਕੱਲੇ ਵੀਰ ਭੈਣ ਨੂੰ ਸਮਝ ਆ ਰਹੀ ਹੈ, ਇਹਦੇ ਇਹੀ ਅਰਥ ਨੇ, ਇਹਦੀ ਕੋਈ ਫਿਲਾਸਫੀ ਨਹੀਂ ਹੈ, ਇਹਦੇ ਕੋਈ ਔਖੇ ਅਰਥ ਨਹੀਂ ਹਨ। ਜੇ ਮੈਂ ਕੱਲਾ ਪੜ੍ਹ ਹੀ ਰਿਹਾ ਏਦਾਂ ਕਿਰਤ ਕਰਮ ਕੇ ਵਿਛੜੇ, ਤਾਂ ਸਮਝ ਲੱਗ ਰਿਹਾ ਵੀ ਮੈਂ ਆਪਣੇ ਕੰਮਾਂ ਕਰਕੇ, ਮੈਂ ਆਪਣੇ ਕਿਰਤ ਕਰਕੇ, ਆਪਣੇ ਵਿਹਾਰ ਕਰਕੇ ਰੱਬ ਨਾਲੋਂ ਵਿਛੜਿਆ। ਹੋਰ ਕੋਈ ਗੁਨਾਹ ਨਹੀਂ ਹੈ ਮੇਰੇ ਵਿੱਚ। ਮੈਂ ਕਿੱਥੇ ਪੈਦਾ ਹੋਇਆ, ਕਿਹੜੀ ਜਾਤ ਵਿੱਚ ਪੈਦਾ ਹੋਇਆ, ਕਿਹੜੀ ਬਿਰਾਦਰੀ 'ਚ ਪੈਦਾ ਹੋਇਆ, ਕਿਹੜੀ ਸਟੇਟ 'ਚ ਪੈਦਾ ਹੋਇਆ, ਕਿਸ ਮਜ਼ਹਬ 'ਚ ਪੈਦਾ ਹੋਇਆ, ਕੋਈ ਫਰਕ ਨਹੀਂ ਪੈਂਦਾ ਇਹਦੇ ਨਾਲ। ਫਰਕ ਪੈਂਦਾ ਮੇਰੇ ਕੰਮ ਕਿੱਦਾਂ ਦੇ ਨੇ, ਕਿਉਂਕਿ ਜਿਹੜਾ ਨਿਬੇੜਾ ਹੈ ਨਾ ਰੱਬ ਦੀ ਦਰਗਾਹ ਤੇ, ਉਹ ਕੰਮਾਂ ਦਾ ਹੋਣਾ। ਐਵੇਂ ਥੋੜੀ ਬਾਣੀ 'ਚ ਲਿਖਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਅਮਲ ਜੇ ਕੀਤੇ ਦੁਨੀ ਵਿੱਚ, ਜਿਹੜੇ ਤੂੰ ਕੰਮ ਕੀਤੇ ਨੇ ਦੁਨੀ ਵਿੱਚ, ਦਰਗਾਹ ਆਏ ਕੰਮ, ਤੇਰੇ ਕੰਮ ਆਉਣੇ ਨੇ ਉੱਥੇ। ਜੇ ਤੂੰ ਮੇਰੇ ਵਰਗੇ ਬੰਦੇ ਤੋਂ ਕਿਸੇ ਨੂੰ ਇਹ ਕਵੇਂ ਵੀ ਇਹ ਧਰਮੀ ਹੈ ਬਹੁਤ ਵੱਡਾ, ਤੇ ਇਹ ਕੰਮ ਆ ਜਾਏਗਾ, ਮਹਾਰਾਜ ਕਹਿੰਦੇ ਸਵਾਲ ਹੀ ਪੈਦਾ ਨਹੀਂ ਹੁੰਦਾ, ਤੇਰੇ ਅਮਲਾਂ ਤੇ ਨਿਬੇੜਾ ਹੋਣਾ ਹੈ ਉੱਥੇ। ਜੇ ਤੇਰੇ ਅਮਲ ਚੰਗੇ ਨੇ, ਤੇਰੇ ਕਰਮ ਚੰਗੇ ਨੇ, ਤੇ ਮਾਲਕ ਦੀ ਦਰਗਾਹ ਤੇ ਤੂੰ ਪ੍ਰਵਾਨ ਹੈ। ਜੇ ਤੇਰੇ ਕੰਮ ਨਹੀਂ ਚੰਗੇ ਤੇ ਵਿਛੜੇ ਅਸੀਂ ਆਪਣੇ ਕੰਮਾਂ ਕਰਕੇ ਆ। ਮਹਾਰਾਜ ਨੇ ਸ਼ਬਦ ਵਰਤਿਆ, ਮਹਾਰਾਜ ਕਹਿੰਦੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਕਿਵੇਂ ਐਗਜ਼ਾਮਪਲ ਦਿੰਦੇ, ਕਹਿੰਦੇ ਧੇਨ ਦੁੱਧੇ ਤੇ ਬਾਹਰੀ ਕਿਤੇ ਨਾ ਆਵੇ ਕਾਮ। ਧੇਨ ਕਹਿੰਦੇ ਨੇ ਗਾਂ ਨੂੰ,
ਜਿਹੜੀ ਗਾਂ ਦੁੱਧ ਨਹੀਂ ਨਾ ਦਿੰਦੀ ਉਹ ਕਿਸੇ ਕੰਮ ਦੀ ਨਹੀਂ ਹੁੰਦੀ, ਉਹਦੀ ਕੋਈ ਕੀਮਤ ਨਹੀਂ ਹੁੰਦੀ। ਦੁੱਧ ਦੇਣਾ ਉਹਦਾ ਕਰਮ ਹੈ ਤੇ ਉਹਦੀ ਕੀਮਤ ਵੀ ਦੁੱਧ ਨਾਲ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਗਾਂ ਨੂੰ ਥੋੜ੍ਹੀ ਸਮਝਾ ਰਹੇ ਨੇ, ਗਾਂ ਨੂੰ ਥੋੜ੍ਹੀ ਦੱਸਣਾ ਚਾਹੁੰਦੇ ਨੇ, ਐਗਜ਼ਾਮਪਲ ਗਾਂ ਦੀ ਵਰਤਦੇ ਨੇ, ਗੱਲ ਸਾਡੇ ਨਾਲ ਕਰਦੇ ਨੇ। ਕਹਿੰਦੇ ਜਿਵੇਂ ਗਾਂ ਦੁੱਧ ਤੋਂ ਬਿਨਾਂ ਨਿਕੰਮੀ ਹੈ, ਇਦਾਂ ਹੀ ਤੇਰੀ ਜ਼ਿੰਦਗੀ ਦੇ ਅੰਦਰ ਜੇ ਰੱਬ ਵਾਲੇ ਕਰਮ ਨਹੀਂ ਤੇ ਤੂੰ ਵੀ ਨਿਕੰਮਾ ਆ, ਤੇ ਨਿਕੰਮੇ ਬੰਦੇ ਦਾ ਰਿਸ਼ਤਾ ਰੱਬ ਨਾਲ ਨਹੀਂ ਜੁੜ ਸਕਦਾ। ਤੇ ਅੱਜ ਦਾ ਜਿਹੜਾ ਪਾਵਨ ਉਪਦੇਸ਼ ਹੈ, ਇਹਦੇ ਚ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਉਹਦੀ ਵਿਆਖਿਆ ਕਰਕੇ ਸਮਝਾਉਂਦੇ। ਕਹਿੰਦੇ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਦੇ ਭੁੱਲਿਆਂ ਵਿਆਪਣ ਸਭੇ ਰੋਗ। ਰੋਗ ਸਰੀਰਕ ਨਹੀਂ ਹੁੰਦੇ, ਸਰੀਰਕ ਰੋਗ ਦੀ ਨਹੀਂ ਗੱਲ ਚੱਲਦੀ। ਸਰੀਰਕ ਰੋਗ ਠੀਕ ਹੋ ਜਾਂਦੇ ਨੇ, ਜਿਹੜਾ ਬੰਦਾ ਦਵਾਈ ਲੈ ਲਏਗਾ, ਜੜੀ ਬੂਟੀ ਲੈ ਲਏਗਾ, ਉਹਦੇ ਸਰੀਰਕ ਰੋਗ ਠੀਕ ਹੋ ਜਾਣਗੇ। ਔਰ ਸਰੀਰਕ ਰੋਗ ਖਤਰਨਾਕ ਵੀ ਨਹੀਂ ਹੁੰਦੇ। ਅੱਜ ਜਿਹੜਾ ਭਾਰਤ ਦਾ ਹਾਲ ਹੈ ਨਾ, ਜਿਹੜਾ ਸਾਡੇ ਦੇਸ਼ ਦਾ ਜਿਹੜਾ ਹਾਲ ਹੈ, ਸਾਡੇ ਘਰਾਂ ਦਾ ਜਿਹੜਾ ਹਾਲ ਹੈ, ਉਹ ਸਰੀਰਕ ਰੋਗਾਂ ਨਾਲ ਨਹੀਂ ਪਰੇਸ਼ਾਨ ਅਸੀਂ, ਮਾਨਸਿਕ ਰੋਗ ਨੇ। ਸਾਨੂੰ ਦੂਜੇ ਦੀ ਖੁਸ਼ੀ ਨਹੀਂ ਜਰੀ ਜਾਂਦੀ, ਇਹ ਮਾਨਸਿਕ ਰੋਗ ਹੈ। ਦੂਜੇ ਦਾ ਹੱਸਣਾ ਪਸੰਦ ਨਹੀਂ ਸਾਨੂੰ, ਦੂਜੇ ਦੇ ਘਰ ਆਈ ਖੁਸ਼ੀ ਸਾਨੂੰ ਪਰੇਸ਼ਾਨੀ ਦੇ ਦਿੰਦੀ ਹੈ। ਇਹ ਰੋਗ ਨੇ, ਔਰ ਇਹਨਾਂ ਰੋਗਾਂ ਦੀ ਕੋਈ ਦਵਾਈ ਨਹੀਂ ਮਿਲਦੀ, ਇਹਦੀ ਕੋਈ ਟੈਬਲੇਟ ਨਹੀਂ ਮਿਲਦੀ। ਇਹਨਾਂ ਰੋਗਾਂ ਦਾ ਇੱਕੋ ਹੀ ਹੱਲ ਹੈ, ਗੁਰੂ ਕੋਲ ਆਣ ਕੇ ਇਸ ਗੱਲ ਤੇ ਅਮਲ ਕਰਨਾ ਸਿੱਖੀਏ, ਜਿਹੜੀ ਰੋਜ਼ ਪੜ੍ਹ ਰਹੇ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਬੋਲੋ ਗੱਜ ਕੇ, ਤੇਰੇ ਭਾਣੇ ਸਰਬੱਤ ਦਾ ਭਲਾ। ਜਦੋਂ ਤੂੰ ਕਹਿਣਾ ਇਹ ਹੈ ਵੀ ਸਰਬੱਤ ਦਾ ਭਲਾ, ਤੇ ਫਿਰ ਕਿਸੇ ਦਾ ਭਲਾ ਵੇਖ ਕੇ ਤੈਨੂੰ ਪ੍ਰੋਬਲਮ ਕਿਉਂ ਹੁੰਦੀ ਹੈ, ਸਮੱਸਿਆ ਕਿਉਂ ਬਣਦੀ ਹੈ ਤੇਰੇ ਅੰਦਰ? ਤੂੰ ਕਿਸੇ ਦੀ ਖੁਸ਼ੀ ਵੇਖ ਕੇ ਪਰੇਸ਼ਾਨ ਕਿਉਂ ਹੁੰਦਾ? ਕਿਉਂਕਿ ਮਾਨਸਿਕ ਰੋਗੀ ਹੈ ਇਨਸਾਨ। ਸਾਡੀਆਂ ਸਮੱਸਿਆਵਾਂ ਸਾਨੂੰ ਇਹਨਾਂ ਦੁਖੀ ਨਹੀਂ ਕਰਦੀਆਂ ਜਿੰਨੀਆਂ ਦੂਜੇ ਦੀਆਂ ਖੁਸ਼ੀਆਂ ਸਾਨੂੰ ਦੁਖੀ ਕਰਦੀਆਂ। ਤੇ ਇਸ ਮਾਨਸਿਕ ਬਿਮਾਰੀ ਦਾ ਇਲਾਜ ਸਿਰਫ ਤੇ ਸਿਰਫ ਗੁਰੂ ਨਾਨਕ ਦੇ ਘਰ ਵਿੱਚ ਹੁੰਦਾ ਹੈ। ਇੱਥੇ ਬਹਿ ਕੇ ਇਲਾਜ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਦੇ ਭੁੱਲਿਆਂ ਵਿਆਪਣ ਸਭੇ ਰੋਗ। ਰੱਬ ਭੁੱਲ ਗਿਆ ਤਾਂ ਇਹ ਰੋਗ ਵਾਪਰਿਆ। ਜੇ ਰੱਬ ਨਾ ਭੁੱਲਦਾ ਤੇ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਉਹ ਸਭਨਾਂ ਦਾ ਭਲਾ ਮਨਾਉਂਦਾ ਹੈ, ਤੇ ਉਹਨੇ ਤੇਰੇ ਅੰਦਰ ਵੀ ਇਹ ਗੁਣ ਪਾ ਦੇਣਾ ਸੀ, ਤੂੰ ਸਭਨਾਂ ਦਾ ਭਲਾ ਮਨਾਉਣਾ ਸੀ, ਤੂੰ ਦੁਖੀ ਥੋੜ੍ਹੀ ਹੋਣਾ ਸੀ ਕਿਸੇ ਵੱਲ ਵੇਖ ਕੇ। ਔਰ ਤੁਸੀਂ ਵੇਖੋ ਅੱਜ ਭਰਾ ਵੱਲ ਵੇਖ ਕੇ ਭਰਾ ਦੁਖੀ ਹੋ ਜਾਂਦਾ ਹੈ, ਕਈ ਵਾਰ ਗਵਾਂਢ ਵੱਲ ਵੇਖ ਕੇ ਅਸੀਂ ਦੁਖੀ ਹੋ ਜਾਂਦੇ ਹਾਂ। ਇਸ ਬਿਮਾਰੀ ਨੂੰ ਠੀਕ ਕਰੋ, ਇਹ ਰੋਗ ਦਾ ਇਲਾਜ ਹੁੰਦਾ ਹੈ, ਇੱਥੇ ਇਹ ਠੀਕ ਕਰਨਾ ਹੁੰਦਾ ਹੈ। ਔਰ ਇਹ ਬਿਮਾਰੀ ਐਡੇ ਵੱਡੇ ਪੱਧਰ ਤੇ ਹੈ, ਇਹ ਇਕੱਲੀ ਮਨੁੱਖੀ ਲੈਵਲ ਤੇ ਜਾਂ ਘਰਾਂ ਪਰਿਵਾਰਾਂ ਤੱਕ ਸੀਮਤ ਨਹੀਂ ਰਹਿ ਗਈ। ਇਹ ਬਿਮਾਰੀ ਇੰਨੇ ਵੱਡੇ ਪੱਧਰ ਤੇ ਵੱਧ ਗਈ ਹੈ। ਇਹ ਬਿਮਾਰੀ ਆਮ ਇੱਕ ਦੂਜੇ ਦੇ ਸੁੱਖ ਵੇਖਦਿਆਂ ਫਿਰ ਇਹਦੇ ਤੋਂ ਉੱਤੇ ਵੱਧ ਗਈ। ਫਿਰ ਅਸੀਂ ਸਟੇਟ ਵਾਈਜ਼ ਸੁੱਖ ਵੇਖਣ ਲੱਗ ਪਏ ਇੱਕ ਦੂਜੇ ਦੇ। ਇੱਕ ਸਟੇਟ ਨੂੰ ਦੂਜੀ ਸਟੇਟ ਦੇ ਸੁੱਖ ਬਰਦਾਸ਼ਤ ਨਹੀਂ, ਫਿਰ ਇੱਕ ਬਿਰਾਦਰੀ ਨੂੰ ਦੂਜੀ ਬਿਰਾਦਰੀ ਦੇ ਸੁੱਖ ਬਰਦਾਸ਼ਤ ਨਹੀਂ, ਇੱਕ ਮਜ਼ਹਬ ਨੂੰ ਦੂਜੇ ਮਜ਼ਹਬ ਦੇ ਸੁੱਖ ਬਰਦਾਸ਼ਤ ਨਹੀਂ। ਧਿਆਨ ਨਾਲ ਸਮਝਿਓ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ। ਔਰ ਇਸ ਬਿਮਾਰੀਆਂ ਦਾ ਹੱਲ ਇੱਕੋ ਹੀ ਇੱਕ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ। ਔਰ ਜਿਹੜੇ ਬੰਦੇ ਦਾ ਕੰਮ ਇਹਦੇ ਨਾਲ ਚੱਲਦਾ ਹੈ, ਜਿਹੜਾ ਬੰਦਾ ਸਮਾਜ ਦੇ ਅੰਦਰ ਇਹਨਾਂ ਚੀਜ਼ਾਂ ਨੂੰ ਹਵਾ ਦੇਣੀ ਚਾਹੁੰਦਾ ਹੈ, ਉਹ ਕਿਉਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਨ ਦੇਗਾ ਕਿਸੇ ਨੂੰ? ਇਹ ਰੋਗ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੂਰ ਕਰਦੀ ਹੈ, ਤੇ ਰੱਬ ਭੁੱਲਣ ਨਾਲ ਇਹ ਰੋਗ ਵਾਪਰਦਾ ਹੈ। ਰੱਬ 2 4 10 ਥੋੜੀ ਨੇ, ਰੱਬ 4 ਥੋੜੀ ਨੇ, ਰੱਬ 5 ਥੋੜੀ ਨੇ, ਰੱਬ 6 ਥੋੜੀ ਨੇ, ਰੱਬ ਇੱਕ ਹੈ। ਤੇ ਗੁਰੂ ਨਾਨਕ ਸਾਹਿਬ ਜੀ ਦਾ ਘਰ ਕਹਿੰਦਾ ਇੱਕ ਰੱਬ ਦੀ ਸਾਰੀ ਪੂਰੀ ਦੁਨੀਆ ਔਲਾਦ ਹੈ। ਤੇ ਸਾਡੇ ਅੰਦਰ ਇਹ ਮਾਨਸਿਕ ਪੀੜਾ ਜਿਹੜੀ ਹੈ ਨਾ, ਵੀ ਅਸੀਂ ਦੂਜੇ ਦੇ ਸੁੱਖ ਬਰਦਾਸ਼ਤ ਨਹੀਂ ਕਰ ਸਕਦੇ, ਇਹ ਤਾਂ ਆ ਕਿਉਂਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦੇ ਲਾਗੋਂ ਦੀ ਨਹੀਂ ਲੰਘੇ। ਤੇ ਗੁਰੂ ਨਾਨਕ ਦੇ ਧੀਓ ਪੁੱਤਰੋ, ਤੁਹਾਡੇ ਚਰਨਾਂ 'ਚ ਅਪੀਲ ਹੱਥ ਜੋੜ ਕੇ ਇਹ ਹੈ, ਕਿਉਂਕਿ ਬਾਕੀਆਂ ਕੋਲ ਤੇ ਹੈ ਨਹੀਂ, ਤੁਸੀਂ ਤੇ ਇਸ ਖਜ਼ਾਨੇ ਨੂੰ ਦੇਣ 'ਚ 2 ਵਾਰ ਮੱਥਾ ਟੇਕਦੇ ਹੋ। ਆਓ ਇਹ ਖਜ਼ਾਨਾ ਦੁਨੀਆ ਦੇ ਸਾਹਮਣੇ ਲੈ ਕੇ ਜਾਈਏ। ਅੱਜ ਲੋੜ ਹੈ ਇਹਦੀ। ਅੱਜ ਦੁਨੀਆ ਸੜੀ ਪਈ ਹੈ, ਹਾਲਾਤ ਵੇਖ ਹੀ ਰਹੇ ਹੋ ਤੁਸੀਂ ਕਿਸ ਤਰ੍ਹਾਂ ਦੇ ਨੇ ਆਲੇ ਦੁਆਲੇ। ਤੇ ਇਸ ਸਮੱਸਿਆ ਦੇ ਵਿੱਚੋਂ
ਜੇ ਕੋਈ ਕੱਢ ਸਕਦਾ ਕਿਸੇ ਨੂੰ, ਉਹ ਸਿਰਫ ਤੇ ਸਿਰਫ ਗੁਰੂ ਨਾਨਕ ਦੇ ਘਰ ਦੀ ਵਿਚਾਰਧਾਰਾ ਕੱਢ ਸਕਦੀ। ਇਹਦੇ ਤੋਂ ਇਲਾਵਾ ਹੋਰ ਕੋਈ ਵਿਚਾਰਧਾਰਾ, ਕੋਈ ਚੀਜ਼ ਨਹੀਂ ਕੱਢ ਸਕਦੀ। ਸਾਡੇ ਪੁਰਖਿਆਂ ਨੇ ਕਿੰਨੀ ਜਦੋਜਹਿਦ ਕਰਕੇ, ਕਿੰਨੀ ਲੰਬੀ ਸੋਚ ਵਿੱਚੋਂ, ਕਿੰਨੀ ਦੂਰ ਦ੍ਰਿਸ਼ਟੀ ਵਿੱਚੋਂ ਇਹ ਨਾਰਾ ਬੁਲੰਦ ਕੀਤਾ ਹੋਣਾ, ਤੇਰੇ ਭਾਣੇ ਸਰਬੱਤ ਦਾ ਭਲਾ, ਤਾਂ ਕਿ ਇਸ ਕੌਮ 2 ਵੇਲੇ ਇਹਨੂੰ ਪੜ੍ਹੇ ਤੇ ਇਹਨੂੰ ਯਾਦ ਕਰੇ, ਇਹਨੂੰ ਅਮਲ ਵਿੱਚ ਲਿਆਵੇ, ਫਿਰ ਇਹਦੇ ਲਈ ਵਰਕ ਕਰੇ, ਇਹਦੇ ਲਈ ਕੰਮ ਕਰੇ, ਸਰਬੱਤ ਦਾ ਭਲਾ ਕਿਵੇਂ ਹੋਣਾ। ਪਰ ਨਹੀਂ ਧਿਆਨ ਦੇ ਸਕਦੇ ਅਸੀਂ। ਗੁਰੂ ਬਾਬਾ ਸਾਡੀ ਜਿਹੜੀ ਇਹ ਬਾਤ ਆ, ਅਸੀਂ ਆਪ ਸਮਝੀਏ ਤੇ ਹੋਰਨਾਂ ਤੱਕ ਇਹਨਾਂ ਨੂੰ ਲੈ ਕੇ ਜਾਈਏ, ਇਹ ਯਤਨ ਸਾਨੂੰ ਕਰਦੇ ਰਹਿਣਾ ਚਾਹੀਦਾ। ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਮਹਾਰਾਜ ਕਹਿੰਦੇ ਰੱਬ ਤੋਂ ਵੇਮੁਖ ਹੋ ਜਾਂਦੇ ਨੇ, ਉਹਨਾਂ ਨੂੰ ਜਨਮਾਂ ਜਨਮਾਂ ਦਾ ਵਿਜੋਗ, ਵਿਛੋੜਾ, ਹਰ ਵੇਲੇ ਰੱਬ ਨਾਲੋਂ ਵਿਛੜੇ ਰਹਿੰਦੇ ਨੇ। ਖਿਨਮੇ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਜਿਹੜੇ ਤੈਨੂੰ ਮਿੱਠੇ ਲੱਗਦੇ ਨੇ ਕੌੜੇ ਹੋ ਜਾਣੇ ਨੇ। ਜਿਹੜੀਆਂ ਚੀਜ਼ਾਂ ਅੱਜ ਅਸੀਂ ਮਿੱਠੀਆਂ ਸਮਝ ਰਹੇ ਹਾਂ ਨੇ, ਇਹ ਕੌੜੀਆਂ ਨੇ, ਅਸਲ ਵਿੱਚ ਕੌੜੀਆਂ ਨੇ, ਪਰ ਇਹ ਲੱਗਦੀਆਂ ਮਿੱਠੀਆਂ ਨੇ, ਕਿਉਂਕਿ ਅਸੀਂ ਗੁਰੂ ਨਾਨਕ ਜੀ ਦੇ ਉਸ ਸੰਦਰਭ ਵਿੱਚ ਰਹਿ ਕੇ ਨਹੀਂ ਸੋਚਦੇ, ਅਸੀਂ ਦੁਨੀਆ ਦੇ ਸੰਕਲਪ ਨਾਲ ਸੋਚਦੇ ਹਾਂ। ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਵਿੱਚ ਨਾ ਕੋਈ ਕਰ ਸਕੈ, ਕਿਸ ਥਾਂ ਰੋਵੈ ਰੋਜ਼। ਕਿਉਂ ਤਰਲੇ ਲੈਣਾ ਲੋਕਾਂ ਤੋਂ? ਕੋਈ ਵਿਚੋਲਾ ਨਹੀਂ ਇਹੋ ਜਿਹਾ ਜਿਹੜਾ ਤੇਰਾ ਰੱਬ ਨਾਲ ਸਿੱਧਾ ਰਿਸ਼ਤਾ ਜੋੜ ਸਕੇ, ਤੈਨੂੰ ਆਪ ਹੀ ਜੋੜਨਾ ਪੈਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਕੀਤਾ ਕਿਛੂ ਨਾ ਹੋਵਈ, ਲਿਖਿਆ ਧੁਰ ਸੰਜੋਗ। ਕਿਸੇ ਦਾ ਕੀਤਾ ਕੁਛ ਨਹੀਂ ਹੁੰਦਾ, ਧੁਰ ਸੰਜੋਗ ਰੱਬ ਦਾ ਅਟਲ ਨਿਯਮ ਹੈ। ਜਿਹੜਾ ਉਹਦੇ ਨਾਲ ਜੁੜੇਗਾ ਉਹੀ ਆਪਣੇ ਆਪ ਨੂੰ ਉਹਦੇ ਚਰਨਾਂ 'ਚ ਹਾਜ਼ਰ ਕਰ ਸਕੇਗਾ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਵੱਡ ਭਾਗੀ ਮੇਰਾ ਪ੍ਰਭ ਮਿਲੇ। ਵੱਡਿਆਂ ਭਾਗਾਂ ਨਾਲ ਰੱਬ ਮਿਲਦਾ, ਤੇ ਜਦੋਂ ਪ੍ਰਭ ਮਿਲਦਾ ਤਾਂ ਉਤਰੈ ਸਭ ਵਿਯੋਗ, ਵਿਛੋੜਾ ਦੂਰ ਹੋ ਜਾਂਦਾ। ਨਾਨਕ ਕਉ ਪ੍ਰਭ ਰਾਖ ਲਿਓ, ਮੇਰੇ ਸਾਹਿਬ ਬੰਦੀ ਮੋਚ। ਮੇਰੇ ਸਾਹਿਬ ਬੰਦੀ ਮੋਚ, ਬੰਧਨਾਂ ਨੂੰ ਕੱਟਣ ਵਾਲੇ ਸਾਹਿਬ ਸੱਚੇ ਪਾਤਸ਼ਾਹ ਜੀ, ਨਾਨਕ ਜੀ ਨੂੰ ਰੱਖ ਲਓ। ਨਾਨਕ ਜੀ ਨੂੰ ਤੇ ਰੱਖਿਆ, ਸਾਨੂੰ ਵੀ ਸਾਰਿਆਂ ਨੂੰ ਰੱਖ ਲਓ। ਕੱਤਕ ਹੋਵੇ ਸਾਧ ਸੰਗ। ਕੱਤਕ ਦਾ ਮਹੀਨਾ ਤਾਂ ਹੀ ਸਕਾਰਥ ਹੈ, ਚੰਗਾ ਹੈ। ਗੁਰੂ ਦੀ ਗੋਦ ਵਿੱਚ ਬਹਿਣ ਦਾ ਫਾਇਦਾ ਹੈ। ਜੇ ਬਿਨਸੈ ਸਭੈ ਸੋਚ, ਜੇ ਸਾਡੇ ਅੰਦਰ ਦੀ ਸੋਚ, ਜਿਹੜੀ ਸੋਚ ਦੀ ਮੈਂ ਗੱਲ ਕਰਦਾ ਸੀ, ਉਹ ਨਾਸ਼ ਹੋ ਜਾਏ, ਗੁਰੂ ਵਾਲੀ ਸੋਚ ਸਾਡੀ ਜ਼ਿੰਦਗੀ ਵਿੱਚ ਆ ਜਾਏ, ਤੇ ਗੁਰੂ ਦੀ ਗੋਦ ਵਿੱਚ ਬਹਿਣ ਦਾ ਸਹੀ ਅਰਥਾਂ ਵਿੱਚ ਸਾਨੂੰ ਪਤਾ ਲੱਗ ਸਕਦਾ, ਮਕਸਦ ਹੱਲ ਹੋ ਸਕਦਾ। ਆਪ ਸਭਨਾਂ ਦਾ ਧੰਨਵਾਦ। ਸ਼ੁਕਰਾਨਾ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਭੁੱਲਾਂ ਮੇਰੀਆਂ ਸਮਝ ਕੇ ਮਾਫ ਕਰ ਦੇਣੀਆਂ, ਸ਼ਬਦ ਗੁਰਦੇਵ ਪਿਤਾ ਜੀ ਦੇ ਸਮਝ ਕੇ ਹਿਰਦੇ 'ਚ ਵਸਾ ਲੈਣੇ। ਮਾਲਕ ਦਾ ਸ਼ੁਕਰ ਕਰਦੇ ਹਾਂ। ਆਪ ਸਾਰੇ ਪ੍ਰਬੰਧਕ ਵੀਰਾਂ ਦਾ ਧੰਨਵਾਦ। ਗੁਰੂ ਸਾਹਿਬ ਜੀ ਦਾ ਸ਼ੁਕਰਾਨਾ। ਭੁੱਲ ਚੁੱਕ ਨੂੰ ਨਾ ਚਿਤਾਰਦੇ ਹੋਏ ਪਿਆਰ ਸਹਿਤ ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।